ਪਿਆਰੇ ਦਰਸ਼ਕੋ, ਪੰਜਾਬਨਾਮਾ ਪ੍ਰੋਗਰਾਮ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ 'ਚ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਕਮਲਜੀਤ ਹਨ। ਉਹਨਾਂ ਨਾਲ ਜਿਹੜੀ ਪੰਜਾਬ ਦੀ ਮੌਜੂਦਾ ਸਥਿਤੀ ਹੈ ਤੇ ਖਾਸ ਕਰਕੇ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਥਿਤੀ ਪੈਦਾ ਹੋਈ ਹੈ, ਉਹਨੇ ਇੱਕ ਹਲਚਲ ਖੜੀ ਕਰਤੀ ਪੰਜਾਬ ਦੀ ਸਿਆਸਤ ਦੇ ਵਿੱਚ। ਉਹਨਾਂ ਤੋਂ ਜਾਣਨਾ ਚਾਹੁੰਦਾ ਕਿ ਜਿਹੜਾ ਸਿੱਟ ਦਾ ਬਾਰੇ ਹਾਈ ਕੋਰਟ ਦਾ ਫੈਸਲਾ, ਉਹਦੇ ਤੋਂ ਬਾਅਦ ਕਿਸ ਕਿਸਮ ਦੀ ਸਥਿਤੀ ਬਣੀ ਆ। ਹਰਕਮਲ ਜੀ, ਇਹਦੇ ਬਾਰੇ ਦੱਸੋ ਵੀ ਜੀ ਹੁਣ ਸਤਿ ਸ਼੍ਰੀ ਸਥਿਤੀ ਅਕਾਲ ਜੀ। ਕਿਸ ਕਿਸਮ ਦੀ ਸਤਿ ਸ੍ਰੀ ਅਕਾਲ। ਦੇਖੋ ਹਾਂਜੀ। ਜੰਮੂ ਜੀ, ਹਾਂਜੀ ਜਿਹੜੀ ਦਿਲਚਸਪ ਇਹ ਹੈਗੀ ਹੈ ਕਿ ਇਹ ਜਿਹੜਾ ਕੇਸ ਹੈਗਾ ਹੈ, ਇਹਨੂੰ ਮਗਰਲੀ ਸਰਕਾਰ ਔਰ ਮੌਜੂਦਾ ਸਰਕਾਰ ਇਹ ਦੋਨੋਂ ਖਰਾਬ ਕਰਦੇ ਰਹੇ। ਇਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ ਹੈਗੀ, ਲੇਕਿਨ ਦੋਨਾਂ ਨੇ ਆਪਣੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਪੋਸਟਰ ਇੱਕ ਲੋਕਾਂ ਦੇ ਅੱਗੇ ਇੱਕ ਆਪਣਾ ਮਖੌਟਾ ਹੋਰ ਰੱਖਿਆ, ਔਰ ਅਸਲੀਅਤ 'ਚ ਉਹਨਾਂ ਦੀ ਸੋਚ ਔਰ ਜਿਹੜੀ ਕਾਰਗੁਜ਼ਾਰੀ ਹੋਰ ਕਿਸਮ ਦੀ ਸੀ। ਲੇਕਿਨ ਇਹ ਸਾਰਾ ਕੁਝ ਪਰਦੇ 'ਚ ਰਿਹਾ। ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਫੈਸਲਾ ਆ ਗਿਆ ਹੈ, ਇਹਦੇ ਹਾਂਜੀ ਨਾਲ ਇਹ ਜਿਹੜਾ ਪਰਦਾ ਸੀ ਉੱਤੇ ਉਹ ਚੁੱਕਿਆ ਗਿਆ ਹੈ, ਔਰ ਹੁਣ ਸਭ ਕੁਝ ਕੱਲ ਨੂੰ ਇਹ ਨੰਗਾ ਹੋ ਜਾਏਗਾ ਕਿ ਸਰਕਾਰਾਂ ਇਸ ਕੇਸ ਦੇ ਨਾਲ ਕਿਵੇਂ ਡੀਲ ਕਰਦੀਆਂ ਰਹੀਆਂ ਨੇ, ਉਹ ਕਿਵੇਂ ਇਸ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ, ਕਿਵੇਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਮਦਦ ਕਰਨ ਲਈ ਸਰਕਾਰੀ ਪੱਧਰ ਤੇ ਸਾਜ਼ਿਸ਼ਾਂ ਹੁੰਦੀਆਂ ਰਹੀਆਂ, ਔਰ ਕਿਵੇਂ ਇਸ ਇਨਵੈਸਟੀਗੇਸ਼ਨ ਨੂੰ ਇੱਕ ਪੁਆਇੰਟ ਤੋਂ ਅੱਗੇ ਨਾ ਲਿਜਾਣ ਲਈ ਸਰਕਾਰ ਦਾ ਦਬਾਅ ਰਿਹਾ, ਔਰ ਜਿਹੜੀਆਂ ਜਾਂਚ ਏਜੰਸੀਆਂ ਸੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ। ਮੈਨੂੰ ਲੱਗਦਾ ਹੈ ਸਾਰਾ ਕੁਝ ਬਾਹਰ ਆ ਜਾਏਗਾ, ਔਰ ਜਿੱਦਣ ਕਮਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਅਸਤੀਫਾ ਗਵਰਨਮੈਂਟ ਆਫ ਇੰਡੀਆ ਨੇ ਉਥੋਂ ਪ੍ਰਵਾਨ ਕਰਕੇ ਨੋਟੀਫਾਈ ਕਰ ਦਿੱਤਾ, ਉਦੋਂ ਬਾਅਦ ਮੈਨੂੰ ਲੱਗਦਾ ਉਹ ਵੀ ਫ੍ਰੀ ਹੋ ਜਾਣਗੇ। ਉਹਨਾਂ ਲਈ ਵੀ ਖੁੱਲ ਕੇ ਗੱਲ ਕਰਨੀ ਆਸਾਨ ਹੋ ਜਾਏਗੀ। ਸਭ ਕੁਝ ਉਹਨਾਂ ਨੂੰ ਪਤਾ ਹੈ। ਰੀਜ਼ਨ ਬੀਇੰਗ ਉਹ 2-3 ਸਾਲ ਦੇ ਡੀਲ ਕਰ ਰਹੇ ਸੀ, ਜਾਂ ਬਾਕੀ ਕੁਝ ਹੋਰ ਲੋਕ ਜਿਹੜੇ ਨੇ ਜਿਹੜੇ ਇਸ ਕੇਸ ਨਾਲ ਡੀਲ ਕਰਦੇ ਰਹੇ, ਜੋ ਉਹ ਹੁਣ ਤੱਕ ਪ੍ਰਾਈਵੇਟਲੀ ਕਹਿ ਰਹੇ ਸੀ। ਮੈਨੂੰ ਲੱਗਦਾ ਇਹ ਗੱਲਾਂ ਸਾਰੀਆਂ ਜਨਤਕ ਹੋ ਜਾਣਗੀਆਂ, ਔਰ ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦੇ ਕੁਝ ਸਾਥੀਆਂ ਲਈ, ਈਵਨ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਲਈ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਡਿਫੈਂਡ ਕਰਨਾ ਬਹੁਤ ਮੁਸ਼ਕਲ ਬਣ ਸਕਦਾ ਹੈ। ਪਰ ਹਰਕਮਲ ਜੀ, ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ, ਜਿਹੜੇ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਸਭਾ ਤੋਂ ਬਾਹਰ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਵੀ ਅਸੀਂ ਇਸ ਜਿਹੜੀ ਜਾਂਚ ਆ ਇਹਨੂੰ ਲੌਜੀਕਲ ਕਨਕਲੂਜਨ ਤੱਕ ਪਹੁੰਚਾਵਾਂਗੇ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅੰਦਰ ਭੇਜਾਂਗੇ। ਇਹਦੇ ਬਾਰੇ ਕੀ? ਦੇਖੋ ਜੰਮੂ ਜੀ, ਗੱਲ ਇਹ ਵੇ ਕਿ ਜਿਹੜੇ ਸਿਆਸੀ ਲੋਕ ਨੇ ਇਹਨਾਂ ਦੇ ਬਿਆਨ ਕੁਝ ਹੋਰ ਹੁੰਦੇ ਨੇ, ਅਸਲੀਅਤ ਕੁਝ ਹੋਰ ਹੁੰਦੀ ਹੈ। ਹੁਣ ਦੇਖੋ, ਇਹ ਕਮਰ ਵਿਜੇ ਪ੍ਰਤਾਪ ਨੇ ਅਜੇ ਕੁਝ ਗੱਲਾਂ ਕੀਤੀਆਂ, ਸਾਰੀਆਂ ਨਹੀਂ ਕੀਤੀਆਂ। ਅੱਛਾ ਜੀ। ਉਹ ਕਹਿੰਦਾ ਕਿ ਜਿਹੜੇ ਅਸੀਂ ਇਸ ਕੇਸ ਦੇ ਵਿੱਚ ਆਪਣੇ ਗਵਾਹ ਸਰਕਾਰੀ ਖੜੇ ਕੀਤੇ, ਉਹਨਾਂ ਲਈ ਅਸੀਂ ਡਿਮਾਂਡ ਕਰਦੇ ਰਹੇ ਕਿ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਏ, ਕਿਉਂਕਿ ਉਹਨਾਂ ਨੂੰ ਧਮਕੀਆਂ ਲਗਾਤਾਰ ਮਿਲ ਰਹੀਆਂ ਸੀ। ਲੇਕਿਨ ਗਵਰਨਮੈਂਟ ਨੇ ਔਰ ਪੁਲਿਸ ਨੇ ਉਸ ਮਸਲੇ ਤੇ ਬਿਲਕੁਲ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕਿ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਸੀ, ਔਰ ਇੱਥੋਂ ਤੱਕ ਕਿ ਪੁਲਿਸ ਦੀਆਂ ਜਿਪਸੀਆਂ ਨਾਲ ਲੱਗੀਆਂ ਹੋਈਆਂ ਸੀ ਉਹਨਾਂ ਦੇ। ਜਿਹੜਾ ਦੂਸਰਾ ਕੇਸ ਚੱਲ ਰਿਹਾ ਹੈ ਬੇਅਦਬੀਆਂ ਦਾ, ਉਹਦੇ ਚ ਵੀ ਮੈਨੂੰ ਜਾਂਚ ਅਸੀਂ ਜਿਹੜੀ ਸੀ ਬੇਅਦਬੀ ਵਾਲਾ, ਉਹਦੇ ਚ ਮੈਨੂੰ ਜਿਹੜੀ ਜਾਂਚ ਏਜੰਸੀ ਲੱਗੀ ਹੋਈ ਸੀ, ਉਹਨਾਂ ਦੇ ਕੁਝ ਅਧਿਕਾਰੀਆਂ ਨੇ ਦੱਸਿਆ, ਉਹ ਕਹਿੰਦੇ ਜੀ ਕਿ ਸਾਨੂੰ ਪ੍ਰੋਬਲਮ ਆ ਰਹੀ ਸੀ ਕਿ ਜਿਹੜੇ ਬੰਦੇ ਅਸੀਂ ਫੜੇ ਸੀ, ਸਾਨੂੰ ਲੱਗਾ ਕਿ ਉਹ ਲੋਅਰ ਲੈਵਲ ਦੇ ਨੇ। ਉਹ ਬਿਆਨ ਸਾਨੂੰ ਦੇ ਰਹੇ ਸੀ ਜਿਹੜੇ ਕਿ ਰਿਕਾਰਡ ਹੋ ਗਏ ਨੇ, ਅਦਾਲਤ ਦੇ ਸਾਹਮਣੇ ਵੀ ਰਿਕਾਰਡ ਨੇ, ਕਿ ਜੀ ਸਾਨੂੰ ਤੇ ਬਾਬਾ ਜਿਹੜੇ ਸਰਸਾ ਵਾਲੇ ਬਾਬਾ ਜੀ ਸੀ ਉਹਨਾਂ ਦੇ ਪੀਏ ਨੇ ਇਹ ਡਾਇਰੈਕਸ਼ਨਸ ਦਿੱਤੀਆਂ ਸੀ। ਉਹਨਾਂ ਦੀਆਂ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਸਾਰਾ ਕੰਮ ਕੀਤਾ, ਜਿਹੜਾ ਜੋ ਬੇਅਦਬੀ ਦਾ ਕਾਰਾ ਹੋਇਆ, ਔਰ ਉਹਨਾਂ ਨੇ ਸਾਨੂੰ ਫਾਈਨਾਂਸ ਕੀਤਾ, ਉਹੀ ਪੈਸੇ ਦੇ ਰਹੇ ਸੀ। ਇਹ ਰਿਕਾਰਡ ਤੇ ਹੈਗਾ। ਇਹ ਮਤਲਬ ਇਹ ਜਾਂਚ ਏਜੰਸੀ ਨੇ ਬਕਾਇਦਾ ਬਿਆਨ ਵੀ ਰਿਕਾਰਡ ਕਰਾਤੇ ਨੇ ਕੋਰਟ 'ਚ। ਲੇਕਿਨ ਜਾਂਚ ਏਜੰਸੀ ਚਾਹੁੰਦੀ ਸੀ ਉਹ ਬਾਬੇ ਦੇ ਪੀਏ ਨੂੰ ਫੜਨਾ। ਹਾਂਜੀ। ਹੁਣ ਤੁਸੀਂ ਦੇਖੋ, ਬਾਬੇ ਦੇ ਪੀਏ ਜਿਹਨੂੰ ਜਾਂਚ ਏਜੰਸੀ ਫੜਨਾ ਚਾਹੁੰਦੀ, ਉਹਨੂੰ ਪੁਲਿਸ ਨੇ ਜਿਪਸੀ ਦਿੱਤੀ ਹੈ ਨਾਲ, ਪੰਜਾਬ ਪੁਲਿਸ ਨੇ, ਉਹਦੀ ਸੁਰੱਖਿਆ ਲਈ, ਔਰ ਉਤੋਂ ਇੰਸਟਰਕਸ਼ਨ ਸੀ ਕਿ ਇਹਨੂੰ ਫੜਨਾ ਨਹੀਂ ਹੈਗਾ। ਪੰਜਾਬ ਪੁਲਿਸ ਨੇ ਦਿੱਤੀ ਹੋਈ ਜਿਪਸੀ। ਅਲਟੀਮੇਟਲੀ ਜਾਂਚ ਏਜੰਸੀ ਨੇ ਸਖਤ ਪ੍ਰੋਟੈਸਟ ਕੀਤਾ ਡੀਜੀਪੀ ਕੋਲ ਜਾ ਕੇ ਵੀ ਇਹ ਕੀ ਤਮਾਸ਼ਾ ਹੈ, ਸਾਡਾ ਉਹ ਦੋਸ਼ੀ ਹੈ, ਤੁਸੀਂ ਉਹਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਉਹ ਡਰਦਿਆਂ ਅਲਟੀਮੇਟਲੀ ਉਹ ਜਿਪਸੀ ਤੇ ਉਤਾਰ ਲਈ। ਲੇਕਿਨ ਅੱਜ ਤੱਕ ਨਾ ਪੁਰਾਣੀ ਜਿਹੜੀ ਸੀ ਜਾਂਚ ਏਜੰਸੀ ਤੇ ਨਾ ਹੁਣ ਜਿਹੜੀ ਨਵੀਂ ਸਿੱਟ ਬਣੀ ਹੈ ਉਹਨੂੰ
ਅਜੇ ਹਾਂਜੀ ਤੱਕ ਹਾਂਜੀ ਗਵਰਨਮੈਂਟ ਨੇ ਇਹ ਪਰਮਿਸ਼ਨ ਨਹੀਂ ਦਿੱਤੀ ਕਿ ਤੁਸੀਂ ਉਸ ਬੰਦੇ ਨੂੰ ਗ੍ਰਿਫਤਾਰ ਕਰ। ਅੱਛਾ ਤੇ ਕਾਰਨ ਇਹ ਵੀ ਕਿ ਜੇ ਗ੍ਰਿਫਤਾਰ ਕਰਨਗੇ ਉਹ ਬਾਬੇ ਦਾ ਨਾਮ ਲਏਗਾ ਅੱਗੋਂ। ਹਾਂਜੀ ਹੁਣ ਜਿਵੇਂ ਤੁਸੀਂ ਪੜਿਆ ਹੋਣਾ ਹੈ, ਇਹ ਜਿਹੜਾ ਕੰਵਰ ਵਿਜੇ ਪ੍ਰਤਾਪ ਹੈਗਾ ਇਹਨੇ ਕਿਹਾ ਸੀ ਕਿ ਮੈਂ ਬਾਬੇ ਨੂੰ ਕੁਐਸਚਨ ਕਰਨਾ ਚਾਹੁੰਦਾ, ਮੈਂ ਉਹਦੇ ਨਾਲ ਗੱਲਬਾਤ ਕਰਨਾ ਚਾਹੁੰਦਾ, ਕੁਐਸਚਨਿੰਗ ਕਰਨਾ ਚਾਹੁੰਦਾ, ਕਿਉਂਕਿ ਉਹਦੇ ਕੇਸ ਸਾਡੇ ਕੇਸ ਦੇ ਨਾਲ ਉਹਦੇ ਸੰਬੰਧ ਹੈਗੇ ਨੇ। ਕੋਰਟ ਤੋਂ ਉਹਨੇ ਆਰਡਰ ਵੀ ਲੈ ਲਏ, ਕੋਰਟ ਨੇ ਹਾਂਜੀ ਕਹਿਤਾ ਜੀ ਹਾਂ ਠੀਕ ਹੈ ਤੁਸੀਂ ਕੁਐਸਚਨ ਕਰ ਸਕਦੇ ਹੋ, ਲੇਕਿਨ ਗਵਰਨਮੈਂਟ ਨੇ ਅਲਾਉ ਨਹੀਂ ਕੀਤਾ। ਜੇਲ੍ਹ ਪੰਜਾਬ ਅਥਾਰਟੀਜ਼ ਗਵਰਨਮੈਂਟ ਨੇ ਨੇ ਜਾਂ ਅਲਾਉ ਨਹੀਂ ਹਰਿਆਣਾ ਕੀਤਾ, ਪੰਜਾਬ ਹਰਿਆਣਾ ਗਵਰਨਮੈਂਟ ਗਵਰਨਮੈਂਟ ਨੇ ਅਲਾਉ ਨਹੀਂ ਕੀਤਾ ਬੇਸਿਕਲੀ। ਨਹੀਂ, ਉਹਦੇ ਚ ਹਰਿਆਣਾ ਗਵਰਨਮੈਂਟ ਇਨਵੋਲਵ ਹਾਂਜੀ ਹੈਗੀ ਹੈ, ਹਾਂਜੀ ਹਰਿਆਣਾ ਗਵਰਨਮੈਂਟ ਨੇ ਉਹਦੇ ਚ ਇਨਵੋਲਵ, ਕਿਉਂਕਿ ਉਹਨਾਂ ਦੀ ਕਸਟਡੀ 'ਚ ਉਹਨਾਂ ਨੇ ਕਹਿਤਾ ਨਹੀਂ ਜੀ ਅਸੀਂ ਨਹੀਂ ਜੀ ਅਲਾਉ ਕਰ ਸਕਦੇ। ਹੁਣ ਤੁਸੀਂ ਇਹ ਦੇਖੋ, ਜੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਏਜੰਸੀਆਂ, ਚਾਹੇ ਉਹ ਸੈਂਟਰ ਗਵਰਨਮੈਂਟ ਹੈ, ਚਾਹੇ ਉਹ ਹਰਿਆਣਾ ਗਵਰਨਮੈਂਟ ਹੈ, ਚਾਹੇ ਉਹ ਪੰਜਾਬ ਗਵਰਨਮੈਂਟ ਹੈ, ਚਾਹੇ ਉਹ ਸਾਡੀ ਮਗਰਲੀ 10 ਸਾਲ ਰਾਜ ਭਾਗ ਕਰਨ ਵਾਲੀ ਸਰਕਾਰ ਹੈ, ਜੇ ਸਾਰੇ ਹੀ ਦੋਸ਼ੀਆਂ ਨੂੰ ਡਿਫੈਂਡ ਕਰਨ 'ਚ ਲੱਗੇ ਹੋਏ ਨੇ, ਉਹਨਾਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਨੇ, ਉਹਨਾਂ ਨੂੰ ਉਹਨਾਂ ਦੀਆਂ ਵੋਟਾਂ ਦਿਸਦੀਆਂ ਹੈਗੀਆਂ, ਤੇ ਮੈਨੂੰ ਤੁਸੀਂ ਦੱਸੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਕਿਵੇਂ ਕਰ ਸਕੋਗੇ? ਮੈਨੂੰ ਲੱਗਦਾ ਕਿ ਇਸ ਹੱਦ ਤੱਕ ਕੰਵਰ ਵਿਜੇ ਪ੍ਰਤਾਪ ਸਿੰਘ ਠੀਕ ਕਹਿੰਦਾ ਹੈ ਕਿ ਇਹ ਕੇਸ ਨੂੰ ਸਿਰੇ ਚੜਾਉਣਾ ਬਹੁਤ ਮੁਸ਼ਕਲ ਹੋਏਗਾ। ਰੀਜ਼ਨ ਬੀਇੰਗ, ਸਾਰੀ ਜਦੋਂ ਸਮੁੱਚੀਆਂ ਸਰਕਾਰਾਂ ਇਸ ਕੰਮ ਤੇ ਲੱਗੀਆਂ ਕਿ ਅਸੀਂ ਦੋਸ਼ੀਆਂ ਤੱਕ ਨਹੀਂ ਪਹੁੰਚਣ ਦੇਣਾ, ਤੁਸੀਂ ਥੱਲੇ ਵਾਲੇ ਕੋਈ ਛੋਟੇ-ਮੋਟੇ ਜਿਹੜੇ ਲੋਕ ਪੜੇ ਨੇ ਉਹਨਾਂ ਨੂੰ ਕੋਈ ਜੇ ਸਜ਼ਾ ਮਾੜੀ ਮੋਟੀ ਦੇਣੀ ਹੈ ਦੇ ਲਓ। ਅਲਟੀਮੇਟਲੀ ਇੱਕ ਹੋਰ ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦੇਣਾ। ਹਾਂਜੀ ਹਾਂਜੀ ਜਿਹੜਾ ਸੀਬੀਆਈ ਕੋਰਟ 'ਚ ਕੇਸ ਚੱਲ ਰਿਹਾ ਸੀ, ਸੀਬੀਆਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ, ਪੰਜਾਬ ਸਰਕਾਰ ਨੂੰ ਕਿਹਾ ਕਿ ਜੀ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਹੈ ਬੇਅਦਬੀਆਂ ਦੇ ਕੇਸ ਤੇ, ਕਿ ਉਹ ਕਹਿੰਦੇ ਨੇ ਕਿ ਇਹਨਾਂ ਕੇਸਾਂ ਨੂੰ ਬੰਦ ਕਰਤਾ ਜਾਏ, ਇਹਨਾਂ ਕੇਸਾਂ 'ਚ ਕੁਝ ਨਹੀਂ ਹੈਗਾ। ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ, ਸੀਬੀਆਈ ਦੇ ਜੱਜ ਨੇ, ਕਿ ਜੀ ਤੁਸੀਂ ਇਹਦੇ 'ਚ ਆਪਣਾ ਜਵਾਬ ਦਾਵਾ ਫਾਈਲ ਕਰੋ। ਹਾਂਜੀ ਉਹਨਾਂ ਨੇ ਫਾਈਲ ਨਹੀਂ ਕੀਤਾ। ਸੈਕੰਡ ਚਾਂਸ, ਥਰਡ ਚਾਂਸ, 7 ਚਾਂਸ ਦਿੱਤੇ ਪੰਜਾਬ ਸਰਕਾਰ ਨੂੰ। 7 ਚਾਂਸ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਹਦੇ 'ਚ ਜਵਾਬ ਦਾਵਾ ਫਾਈਲ ਨਹੀਂ ਕੀਤਾ। ਔਰ ਇਹ ਰਿਕਾਰਡ ਤੇ ਹੈਗਾ, ਜੱਜ ਨੇ ਆਪਣੇ ਫੈਸਲੇ 'ਚ ਰਿਕਾਰਡ ਕੀਤਾ ਹੈ ਕਿ ਮੈਂ ਪੰਜਾਬ ਸਰਕਾਰ ਨੂੰ 7 ਵਾਰੀ ਚਾਂਸ ਦਿੱਤਾ, ਪੰਜਾਬ ਸਰਕਾਰ ਨੇ ਉਹਦੇ 'ਚ ਆਪਣਾ ਜਵਾਬ ਦਾਵਾ ਫਾਈਲ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਕੀਲ ਪੇਸ਼ ਹੁੰਦੇ ਸੀ, ਜਿਨ੍ਹਾਂ ਦਾ ਬੇਸਿਕਲੀ ਉਹ ਰਿਪਰੈਜ਼ੈਂਟ ਕਰ ਰਹੇ ਸੀ ਜਿਹੜਾ ਗੁਰਜਵਾਰ ਸਿੰਘ ਵਾਲਾ ਗੁਰਦੁਆਰਾ ਹੈਗਾ, ਉਹਨਾਂ ਦੇ ਮੈਨੇਜਰ ਨੂੰ। ਉਹਨਾਂ ਨੇ ਵੀ ਐਵੇਂ ਛੋਟਾ ਜਿਹਾ 1-2 ਪੇਜ ਦਾ ਜਵਾਬ ਦਾਵਾ ਫਾਈਲ ਕਰਤਾ, ਜਿਹਦੇ 'ਚ ਕੋਈ ਖਾਸ ਗੱਲ ਨਹੀਂ ਸੀ। ਲੱਕੀਲੀ ਉਹਦੇ 'ਚ ਇੱਕ ਪ੍ਰਾਈਵੇਟ ਕੰਪਲੇਨੈਂਟ ਹੈਗਾ ਸੀ, ਇੱਕ ਸਿੱਖ, ਉਹਦਾ ਵਕੀਲ ਜਿਹੜਾ ਸੀ ਉਹਨੇ ਪੂਰਾ 450 ਪੇਜ ਦਾ ਉੱਥੇ ਜਵਾਬ ਦਾਵਾ ਫਾਈਲ ਕੀਤਾ ਔਰ ਡਟ ਕੇ ਬਹਿਸ ਕੀਤੀ, ਜਿਹਦੇ ਕਰਕੇ ਉਹ ਜਿਹੜਾ ਜਵਾਬ ਦਾਵਾ ਫਾਈਲ ਉਹਦਾ ਕਰਨ ਕਰਕੇ ਸੀਬੀਆਈ ਦਾ ਕੇਸ ਫੇਲ ਹੋ ਗਿਆ। ਜਿਹੜਾ ਉਹ ਚਾਹੁੰਦੇ ਸੀ ਕਿ ਇਹਨੂੰ ਅਸੀਂ ਕਲੋਜ਼ ਕਰ ਦਈਏ, ਇਸ ਕੇਸ ਨੂੰ ਕਲੋਜ਼ਰ ਰਿਪੋਰਟ ਸਾਡੀ ਐਕਸੈਪਟ ਕਰ ਲਈ ਜਾਏ। ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਕਿ ਸਰਕਾਰ ਦੀ ਉਹਦੇ 'ਚ ਕੀ ਦਿਲਚਸਪੀ ਹੈ। ਜੇ ਗਵਰਨਮੈਂਟ ਇੱਕ ਇਹੋ ਜਿਹੇ ਕੇਸ 'ਚ ਜਾ ਕੇ ਜਵਾਬ ਦਾਵਾ ਹੀ ਨਹੀਂ ਫਾਈਲ ਕਰ ਰਹੀ, ਤੁਸੀਂ ਦੇਖੋ ਇੱਕ ਪਾਸੇ ਹਾਈ ਕੋਰਟ ਦੇ ਵਿੱਚ ਜਿਵੇਂ ਹੁਣ ਉਹ ਸਾਹਮਣੇ ਆ ਰਿਹਾ ਹੈ, ਇੱਕ ਦਿਨ ਦੀ ਫੀਸ ਤੁਸੀਂ ਵਕੀਲਾਂ ਨੂੰ ਦੇ ਰਹੇ ਹੈਗੇ ਹੋ 55 ਲੱਖ ਰੁਪਇਆ, ਔਰ ਉਹਨਾਂ ਦਿਨਾਂ ਦੀ ਵੀ ਫੀਸ ਮਿਲ ਰਹੀ ਹੈ ਜਿੱਦਣ ਛੁੱਟੀ ਸੀ ਸਰਕਾਰੀ, ਉਦੋਂ ਦਾ ਵੀ ਉਹ 55 ਲੱਖ ਰੁਪਏ ਲੈ ਰਹੇ ਨੇ। ਮੈਨੂੰ ਲੱਗਦਾ ਕਿ ਇਹ ਸਾਰੀਆਂ ਗੱਲਾਂ ਜਿੱਦਣ ਲੋਕਾਂ ਦੇ ਸਾਹਮਣੇ ਆਈਆਂ ਕਿ ਤੁਸੀਂ ਬੇਅਦਬੀਆਂ ਦੇ ਕੇਸਾਂ ਦੇ ਨਾਂ ਤੇ ਇੱਕ ਪਾਸੇ ਤੇ ਤੁਸੀਂ ਕੇਸ ਖਰਾਬ ਕਰ ਰਹੇ ਸੀ, ਔਰ ਦੂਜੇ ਪਾਸੇ ਤੁਸੀਂ ਸੈਂਕੜੇ ਕਰੋੜ ਰੁਪਇਆ ਲੁਟਾਤਾ ਸਰਕਾਰ ਦਾ, ਸਰਕਾਰੀ ਖਜ਼ਾਨੇ ਨੂੰ ਲੁੱਟਿਆ, ਔਰ ਇਹ ਅਲਟੀਮੇਟਲੀ ਲੋਕਾਂ ਨੂੰ ਜਵਾਬਦੇਹ ਬਣਨਾ ਪਏਗਾ ਸਰਕਾਰ ਨੂੰ। ਮੈਨੂੰ ਲੱਗਦਾ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ, ਤੁਸੀਂ ਲੋਕਾਂ ਨੂੰ ਗੁੰਮਰਾਹ ਵੀ ਇੱਕ ਹੱਦ ਤੱਕ ਕਰ ਸਕਦੇ ਹੋ। ਇਹ ਜੋ ਹੁਣ ਹਾਲਾਤ ਜਿਸ ਢੰਗ ਨਾਲ ਕਰਵਟ ਲੈ ਰਹੇ ਨੇ, ਮੈਨੂੰ ਲੱਗਦਾ ਕਿ ਇਹਦੇ 'ਚ ਸਾਰਾ ਕੁਝ ਹਮਾਮ 'ਚ ਸਭ ਨੰਗਾ ਹੋ ਜਾਣਾ ਹੈ, ਸਰਕਾਰ ਦੇ ਸਾਰੇ ਪੋਲ ਖੁੱਲ ਜਾਣੇ ਨੇ, ਔਰ ਸਰਕਾਰ ਨੂੰ ਅਲਟੀਮੇਟਲੀ ਇਹਦੇ 'ਚ ਜਵਾਬਦੇਹ ਬਣਨਾ ਪਏਗਾ। ਔਰ ਮੈਨੂੰ ਜੋ ਲੱਗਦਾ ਗਵਰਨਮੈਂਟ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਇੱਕ ਸਖਤ ਜਿਹੜੀ ਸਥਿਤੀ ਹੈਗੀ ਉਹਦੇ 'ਚ ਫਸ ਰਹੇ ਨੇ, ਜਿਹਦੇ 'ਚੋਂ ਨਿਕਲਣਾ ਉਹਨਾਂ ਲਈ ਬਹੁਤ ਮੁਸ਼ਕਲ ਹੋਏਗਾ, ਕਿਉਂਕਿ ਉਹਨਾਂ ਤੇ ਇੱਕ ਓਪਨ ਐਲੀਗੇਸ਼ਨ ਲੱਗਣਾ ਸ਼ੁਰੂ ਹੋ ਗਿਆ ਉਹਨਾਂ ਦੇ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਕਿ ਉਹ ਅਕਾਲੀਆਂ ਦੇ ਨਾਲ ਰਲੇ ਹੋਏ ਸੀ ਜਾਂ ਉਹ ਅਕਾਲੀਆਂ ਦੀ ਮਦਦ ਕਰਨੀ ਚਾਹੁੰਦੇ ਸੀ। ਪ੍ਰੋਪਰ ਸ਼ਬਦ ਕਸੂਤੀ ਸਥਿਤੀ 'ਚ ਫਸਦੇ ਜਾਪਦੇ ਆ। ਹਾਂ, ਉਹੀ ਕਸੂਤੀ ਸਥਿਤੀ 'ਚ ਤੁਸੀਂ ਕਹਿ, ਹਾਂ ਠੀਕ ਹੈ, ਕਸੂਤੀ ਸਥਿਤੀ 'ਚ ਬਿਲਕੁਲ ਫਸੇ ਹੋਏ ਨੇ, ਔਰ ਮੈਨੂੰ ਲੱਗਦਾ ਕਿ ਉਹਨਾਂ ਲਈ ਆਪਣੀ ਪਾਰਟੀ ਨੂੰ ਔਰ ਪਾਰਟੀ ਤੋਂ ਬਾਹਰ ਦੇ ਲੋਕਾਂ ਨੂੰ ਜਵਾਬ ਦੇਣਾ ਬਹੁਤ ਮੁਸ਼ਕਲ ਹੋਏਗਾ।
ਪਰ ਉਹਨਾਂ ਦੇ ਜਿਹੜੇ ਕੈਬਨਿਟ ਸਾਥੀ ਹੈ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਈਵਨ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਉਹ ਕਹਿੰਦੇ ਵੀ ਅਸੀਂ ਸਜ਼ਾਵਾਂ ਦਵਾ ਕੇ ਹਟਾਂਗੇ। ਇਹ ਉਹਦਾ ਫਿਰ ਉਹਨਾਂ ਕੀ ਕਰਨਗੇ ਉਹ ਜਦੋਂ ਇਹ ਹਾਲਤ ਇਸ ਕਿਸਮ ਦੀ ਹੈ? ਦੇਖੋ ਬਾਹਰ ਜੋ ਮਰਜ਼ੀ ਕਹਿਣ, ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ, ਮੇਰੀ ਜਾਖੜ ਸਾਹਿਬ ਨਾਲ ਗੱਲ ਹੋਈ ਸੀ। ਅੱਛਾ ਜੀ। ਮੈਂ ਜਾਖੜ ਸਾਹਿਬ ਨੂੰ ਕਿਹਾ, ਜਾਖੜ ਸਾਹਿਬ ਜੇ ਤੁਸੀਂ ਸੁਪਰੀਮ ਕੋਰਟ ਜਾਂਦੇ ਹੋ, ਜੇ ਉਥੋਂ ਤੁਹਾਨੂੰ ਸਪੋਜ਼ ਕਰੋ ਉਹ ਕੇਸ ਐਡਮਿਟ ਕਰਕੇ ਤੁਹਾਨੂੰ ਸਟੇ ਨਹੀਂ ਦਿੰਦੇ ਤੇ ਦੁਬਾਰਾ ਤਾਂ ਤੁਹਾਡਾ ਕੇਸ 10 ਸਾਲ ਬਾਅਦ ਹੀ ਲੱਗੇਗਾ, ਉੱਥੇ 10 ਸਾਲ ਤੋਂ ਪਹਿਲਾਂ ਨੰਬਰ ਆਉਣਾ ਨਹੀਂ ਹੈਗਾ। ਹਾਂ, ਉਹ ਤੇ ਖੂਹ ਖਾਤੇ ਪੈ ਜਾਏਗੀ ਗੱਲ, ਉਹਦਾ ਤੁਹਾਨੂੰ ਫਾਇਦਾ ਕੀ ਹੋਏਗਾ? ਉਹ ਕਹਿੰਦੇ ਜੇ ਅਸੀਂ ਆਪ ਸੀਐਮ ਸਾਹਿਬ ਨੂੰ ਇਹ ਗੱਲ ਸਮਝਾ ਰਹੇ ਹਾਂ ਕਿ ਤੁਸੀਂ ਨਵੀਂ ਸਿੱਟ ਬਣਾਓ, ਨਵੀਂ ਸਿੱਟ ਬਣਾ ਕੇ ਮਹੀਨੇ ਡੇਢ ਮਹੀਨੇ ਚ ਆਪਾਂ ਚਲਾਨ ਸਾਰੇ ਪੇਸ਼ ਕਰਕੇ ਇਨਵੈਸਟੀਗੇਟ ਸਾਰੀ ਉਸ ਕੇਸ ਨੂੰ ਕਰਕੇ, ਇਨਵੈਸਟੀਗੇਸ਼ਨ ਆਲਰੇਡੀ ਤਕਰੀਬਨ ਹੋਈ ਹੈ, ਕੋਈ ਨਵੀਂ ਗੱਲ ਕਰਨ ਦੀ ਲੋੜ ਨਹੀਂ। ਔਰ ਅਸੀਂ ਚੋਣਾਂ ਚ ਕੁੱਦਣ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਇਹ ਕਹਿਣ ਲੱਗੇ ਹੋਈਏ ਕਿ ਜੇ ਅਸੀਂ ਚਲਾਨ ਪੇਸ਼ ਕਰਤੇ ਨੇ ਔਰ ਹੁਣ ਕੇਸ ਜਿਹੜਾ ਲਾਈਨ ਤੇ ਆ ਗਿਆ, ਇਹਦੇ ਚ ਹੁਣ ਕੁਛ ਨਾ ਕੁਛ ਹੋਏਗਾ। ਜੋ ਮੈਨੂੰ ਲੱਗ ਰਿਹਾ ਹੈ, ਅਫਸੋਸ ਦੀ ਗੱਲ ਤੇ ਇਹ ਵੀ ਕਿ 6 ਸਾਲ ਹੋ ਗਏ ਨੇ, ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। ਸੋ ਜੇ ਤੁਸੀਂ ਇਹ ਦੇਖੋ, ਆ ਜਿਹੜਾ ਆਹ ਕੇਸ ਹੈਗਾ ਜਿਹੜਾ ਕੋਟਕਪੂਰਾ ਤੇ ਬਹਿਬਲ ਕਲਾਂ ਦਾ, ਇਹਦੇ ਤੇ ਜੇ ਗਵਾਹੀਆਂ ਵੀ ਨਹੀਂ ਕੋਈ ਖਾਸ ਬਹੁਤੀਆਂ ਹੋ ਸਕੀਆਂ, ਇਹ ਸਾਰੇ ਕੇਸ ਐਜ਼ ਇਟ ਇਜ਼ ਲਟਕ ਰਹੇ ਨੇ। ਸੋ ਮੈਨੂੰ ਲੱਗਦਾ ਕਿ ਸਿਆਸਤ ਦੇ ਸ਼ਿਕਾਰ ਹੋ ਰਹੇ ਨੇ। ਔਰ ਪ੍ਰਾਈਵੇਟਲੀ ਜੇ ਤੁਸੀਂ ਲੋਕਾਂ ਨਾਲ ਗੱਲ ਕਰੋ, ਜਿਹੜੇ ਮੰਤਰੀ ਨੇ ਸਾਰੇ ਦੂਜੇ ਤੀਜੇ, ਇਹ ਸਾਰੇ ਬਹੁਤ ਘਬਰਾਹਟ ਚ ਨੇ, ਚੁੱਕੋ ਇਹਨਾਂ ਨੂੰ ਹੁਣ ਇੱਕ ਗੱਲ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਕਿ ਜੋ ਹਾਲਾਤ ਬਣ ਰਹੇ ਨੇ ਸੂਬੇ ਦੇ ਔਰ ਜਿਵੇਂ ਇਹ ਮੁੱਦਾ ਖੜਾ ਹੋ ਰਿਹਾ ਹੈ, ਇਹਦੇ ਚ ਸਾਨੂੰ ਆਪਣੀਆਂ ਸੀਟਾਂ ਜਿੱਤਣੀਆਂ ਮੁਸ਼ਕਲ ਹੋ ਜਾਣਗੀਆਂ, ਸਾਡੇ ਲਈ ਕੰਪੇਨ ਕਰਨਾ ਮੁਸ਼ਕਲ ਹੋ ਜਾਏਗਾ, ਸਾਨੂੰ ਲੋਕੀ ਪਿੰਡਾਂ 'ਚ ਜਾਣ ਤੋਂ ਵੀ ਮਨਾ ਕਰ ਸਕਦੇ ਨੇ। ਸੋ ਇਹ ਘਬਰਾਹਟ ਹੁਣ ਲੋਕਾਂ 'ਚ, ਸਿਆਸਤਦਾਨਾਂ 'ਚ, ਐਮਐਲਏ 'ਚ ਆਉਣੀ ਸ਼ੁਰੂ ਹੋ ਗਈ ਹੈ, ਜਿਹੜੀ ਕਿ ਆਉਂਦੇ ਕੁਝ ਦਿਨਾਂ 'ਚ ਮੈਨੂੰ ਲੱਗਦਾ ਤਿੱਖਾ ਰੂਪ ਵੀ ਲੈ ਸਕਦੀ ਹੈ। ਹਰਕਮਲ ਜੀ, ਇੱਕ ਸਵਾਲ ਇਹ ਉੱਠਦਾ, ਜਿਵੇਂ ਹਾਈ ਕੋਰਟ ਨੇ ਫੈਸਲਾ ਕਰਤਾ ਵੀ ਨਵੇਂ ਸਿਰਿਓਂ ਤੋਂ ਜਾਂਚ ਸ਼ੁਰੂ ਕੀਤੀ ਜਾਵੇ ਇਹ ਕੋਟਕਪੂਰਾ ਵਾਲੇ ਮਾਮਲੇ 'ਚ, ਇਹਦਾ ਇੰਪੈਕਟ ਬਹਿਬਲ ਕਲਾਂ ਦੀ ਫਾਇਰਿੰਗ ਵਾਲੇ ਕੇਸ ਤੇ ਵੀ ਪਏਗਾ? ਦੇਖੋ ਇਹ ਇੱਕ ਟੈਕਨੀਕਲ ਇਸ਼ੂ ਹੈਗਾ, ਉਹ ਸੈਪਰੇਟ ਕੇਸ ਹੈ, ਇਹ ਸੈਪਰੇਟ ਕੇਸ ਹੈ। ਅਜੇ ਉਹਦੇ ਚ ਵੀ ਹਾਲਾਂਕਿ ਉਹਨਾਂ ਨੇ ਵਿਅਕਤੀ ਇੱਕੋ ਹੀ ਹੈਗਾ ਔਰ ਉਹਦੇ ਉਸ ਕੇਸ 'ਚ ਵੀ ਉਹਨਾਂ ਨੇ ਬਹਿਬਲ ਕਲਾਂ ਕੇਸ 'ਚ ਵੀ ਇੱਕ ਹਾਈ ਕੋਰਟ 'ਚ ਅਰਜ਼ੀ ਫਾਈਲ ਕੀਤੀ ਹੈ ਕਿ ਜੀ ਸੇਮ ਵਿਅਕਤੀ ਉਹਦੇ 'ਚ ਜਾਂਚ ਕਰ ਰਿਹਾ ਸੀ ਉਹ, ਲੇਕਿਨ ਉਹਨਾਂ ਨੇ ਕਹਿ ਦਿੱਤਾ ਜੀ ਪਹਿਲਾਂ ਅਸੀਂ ਦੂਜਾ ਫੈਸਲਾ ਦੇਖਾਂਗੇ, ਅਜੇ ਹਾਈ ਕੋਰਟ ਦਾ ਕੋਟਕਪੂਰਾ ਦੇ ਵਿੱਚ ਕੀ ਫੈਸਲਾ ਆ ਰਿਹਾ ਹੈ ਉਹਨੂੰ ਦੇਖ ਕੇ ਫਿਰ ਅਸੀਂ ਅੱਗੋਂ ਕੋਈ ਆਪਣਾ ਵਿਊ ਬਣਾਵਾਂਗੇ। ਲੇਕਿਨ ਤੁਹਾਡੀ ਗੱਲ ਠੀਕ ਹੈਗੀ ਹੈ ਕਿ ਜੇ ਹੁਣ ਮੈਨੂੰ ਨਹੀਂ ਇਸ ਗੱਲ ਦਾ ਕੋਈ ਬਹੁਤ ਆਪ ਨੂੰ ਟੈਕਨੀਕਲ ਚੀਜ਼ਾਂ ਦਾ ਗਿਆਨ ਹੈਗਾ ਕਿ ਇਹ ਕੀ ਜਿਹੜਾ ਫੈਸਲਾ ਹਾਈ ਕੋਰਟ ਨੇ ਲਿਆ ਠੀਕ ਹੈਗਾ। ਜਿਵੇਂ ਜਸਟਿਸ ਰਣਜੀਤ ਸਿੰਘ ਕਹਿ ਰਹੇ ਨੇ ਕਿ ਅਦਾਲਤ ਨੂੰ ਟ੍ਰਾਇਲ ਕੋਰਟ ਤੋਂ ਇਲਾਵਾ ਕਿਸੇ ਹੋਰ ਅਦਾਲਤ ਨੂੰ ਇਹ ਹੱਕ ਨਹੀਂ ਹੁੰਦਾ ਕਿ ਉਹ ਇਨਵੈਸਟੀਗੇਸ਼ਨ ਦੇ ਕੰਮ ਦੇ ਵਿੱਚ ਕੋਈ ਦਖਲ ਦੇਵੇ। ਉਹ ਕਹਿੰਦੇ ਇਹਦੇ ਤੇ ਸੁਪਰੀਮ ਕੋਰਟ ਦੀਆਂ ਬਹੁਤ ਜੱਜਮੈਂਟਾਂ ਨੇ, ਸੁਪਰੀਮ ਕੋਰਟ ਬਾਰ-ਬਾਰ ਇਸ ਇਸ਼ੂ ਦੇ ਉੱਤੇ ਫੈਸਲੇ ਕਰ ਚੁੱਕੀ ਹੈ ਔਰ ਇਹ ਜਿਹੜਾ ਹੈ ਉਹਨਾਂ ਨੇ ਇੱਕ ਕਿਸਮ ਦਾ ਇਨਵੈਸਟੀਗੇਸ਼ਨ ਜਿਹੜੀ ਹੈ ਉਹਨੂੰ ਉਹਨਾਂ ਨੇ ਖਤਮ ਕਰ ਦਿੱਤਾ ਹੈ। ਇਹ ਟ੍ਰਾਇਲ ਕੋਰਟ ਦਾ ਕੰਮ ਸੀ ਕਿ ਟ੍ਰਾਇਲ ਕੋਰਟ ਜਿਹੜੀ ਹੈ ਉਹ ਟ੍ਰਾਇਲ ਦੇ ਦੌਰਾਨ ਇਹ ਗੱਲ ਕਹਿੰਦੀ ਕਿ ਅਸੀਂ ਇਸ ਇਨਵੈਸਟੀਗੇਸ਼ਨ ਨਾਲ ਸੈਟੀਸਫਾਈਡ ਨਹੀਂ, ਅਸੀਂ ਇਹਨੂੰ ਰੱਦ ਕਰਨੇ ਆ, ਪਰ ਹਾਈ ਕੋਰਟ ਨੂੰ ਇਹ ਅਧਿਕਾਰ ਨਹੀਂ ਸੀ ਹੈਗਾ। ਇਹ ਹੁਣ ਮੈਨੂੰ ਲੱਗਦਾ ਕਿ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਕਾਨੂੰਨੀ ਨੁਕਤਾ ਹੈਗਾ ਇਹਦੇ ਤੇ। ਜੇ ਕੱਲ ਨੂੰ ਸਰਕਾਰ ਸੁਪਰੀਮ ਕੋਰਟ ਜਾਂਦੀ ਹੈ ਉਹ ਕੀ ਸਟੈਂਡ ਲੈਣਗੇ ਕੀ ਨਹੀਂ ਲੈਣਗੇ, ਜਾਂ ਇਹ ਬੜਾ ਮਤਲਬ ਮੈਨੂੰ ਲੱਗਦਾ ਕਿ ਬਹੁਤ ਇੱਕ ਗੁੰਝਲਦਾਰ ਮਸਲਾ ਹੈਗਾ। ਹਰਕਮਲ ਜੀ ਇੱਕ ਦੱਸੋ, ਮਤਲਬ ਜੇ ਸੁਪਰੀਮ ਕੋਰਟ ਦੇ ਇੰਨੇ ਫੈਸਲੇ ਆ ਤੇ ਇਨ ਜਿਹੜੇ ਵਕੀਲ ਸਰਕਾਰ ਦੀ ਤਰਫੋਂ ਪੇਸ਼ ਆਏ ਸੀ ਉਹਨਾਂ ਨੇ ਉਹ ਕੋਰਟ ਨਹੀਂ ਕੀਤੇ ਜਦੋਂ ਹਾਈ ਕੋਰਟ ਦੇ ਵਿੱਚ? ਦੇਖੋ ਜੋ ਹੁਣ ਕਮਰ ਵਿਜੇ ਪ੍ਰਤਾਪ ਸਿੰਘ ਕਹਿ ਰਿਹਾ ਹੈ, ਹਾਂਜੀ, ਜਿਹੜਾ ਕਿ ਪਬਲਿਕਲੀ ਉਹ ਜਨਤਕ ਤੌਰ ਤੇ ਟੈਲੀਵਿਜ਼ਨ ਤੇ ਕਹਿ ਰਿਹਾ ਹੈ, ਉਹ ਕਹਿੰਦਾ ਜੀ ਕਿ ਜਿਹੜੇ ਸਾਡੇ ਵਕੀਲ ਸਰਕਾਰੀ ਪੇਸ਼ ਹੋ ਰਹੇ ਸੀ, ਮੈਨੂੰ ਕਈ ਵਾਰੀ ਲੱਗਦਾ ਸੀ ਕਿ ਇਹ ਸਾਡੇ ਵੱਲੋਂ ਬਹਿਸ ਕਰ ਰਹੇ ਨੇ ਕਿ ਦੂਜੇ ਪਾਸਿਓਂ ਕਰ ਰਹੇ ਨੇ। ਅੱਛਾ, ਕਹਿੰਦਾ ਉਹਨਾਂ ਨੇ ਸਾਡਾ ਕੇਸ ਬਿਲਕੁਲ ਠੀਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦੂਜੇ ਪਾਸੇ ਚੁੱਕੇ ਬਹੁਤ ਵੱਡੀਆਂ ਤਾਕਤਾਂ ਸੀ, ਉਹਨਾਂ ਦਾ ਬਹੁਤ ਦਬਾਅ ਹੈਗਾ ਸੀ। ਉਹਨੇ ਇਹ ਵੀ ਕਿਹਾ, ਤੁਸੀਂ ਦੇਖੋ ਉਹ ਕਹਿ ਰਿਹਾ ਮੈਂ ਚੀਫ ਮਿਨਿਸਟਰ ਦੇ ਧਿਆਨ 'ਚ ਲੈ ਕੇ ਆਉਂਦਾ, ਇਨ ਰਾਈਟਿੰਗ ਲਿਖ ਕੇ ਦਿੱਤਾ ਕਿ ਜੀ ਮੈਨੂੰ ਧਮਕੀਆਂ ਮਿਲ ਰਹੀਆਂ, ਆਹ ਲੋਕ ਮੈਨੂੰ ਧਮਕੀਆਂ ਦੇ ਰਹੇ ਨੇ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਨਹੀਂ ਹੋਈ। ਮੈਨੂੰ ਲੱਗ ਰਿਹਾ ਕਿ ਗਵਰਨਮੈਂਟ ਲਈ ਇਹ ਜਿਹੜੇ ਸਵਾਲ ਉੱਠ ਰਹੇ ਨੇ ਨਾ, ਗਵਰਨਮੈਂਟ ਲਈ ਜਿਹੜੇ ਉੱਠਣਗੇ, ਉੱਠ ਵੀ ਰਹੇ ਨੇ, ਗਵਰਨਮੈਂਟ ਲਈ ਉਹਨਾਂ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੋਏਗਾ ਕਿ ਉਹਨਾਂ ਨੇ ਇਹ ਸਾਰਾ ਕੁਝ ਕਿਉਂ ਨਹੀਂ ਕੀਤਾ। ਜਿਹੜੀਆਂ ਖਾਮੀਆਂ ਹੁਣ ਕੱਲ ਨੂੰ ਇਨਵੈਸਟੀਗੇਸ਼ਨ ਕਰਨ ਵਾਲੇ ਅਧਿਕਾਰੀ ਜੇ ਤੁਹਾਡੇ ਸਾਹਮਣੇ ਰੱਖਣ ਲੱਗ ਪੈਣ ਤੇ ਸਰਕਾਰ ਉਹਦਾ ਕੀ ਜਵਾਬ ਦੇਵੇਗੀ? ਤੇ ਇਸ ਦਾ ਮਤਲਬ ਇਹ ਜਾਂਚ ਕਿਸੇ ਕਿਨਾਰੇ ਹੀ ਨਹੀਂ ਲੱਗੇਗੀ, ਜਾਂ ਜਿਹੜੇ ਬੇਅਦਬੀ ਕਾਂਡ ਦੇ ਦੋਸ਼ੀ ਉਹਨਾਂ ਨੂੰ ਸਜ਼ਾ ਹੀ ਨਹੀਂ ਮਿਲੇਗੀ? ਦੇਖੋ ਗੱਲ ਇਹ ਵੇ, ਜੋ ਮੈਨੂੰ ਨਜ਼ਰ ਆ ਰਿਹਾ ਹੈ ਇੰਟੈਂਸ਼ਨ ਇਹੀ ਨੇ ਕਿ ਦੋਸ਼ੀਆਂ ਨੂੰ ਟਾਈਮ ਟਪਾ ਕੇ ਇੱਕ ਕਿਸਮ ਦਾ ਇਸ ਕੇਸ ਚੋਂ ਕੱਢ ਦਿੱਤਾ ਜਾਏ। ਤੁਸੀਂ ਜੰਮੂ ਜੀ ਇੱਕ ਗੱਲ ਦੇਖੋ, ਹਾਂਜੀ, ਇੱਕ ਕੇਸ ਹੋਇਆ, ਤੁਹਾਨੂੰ ਯਾਦ ਹੋਣਾ, ਮੌੜ ਦਾ ਬੰਬ ਬਲਾਸਟ ਹੋਇਆ ਸੀ, ਉਹਦੇ ਚ ਵੀ ਡੇਰਾ ਸਰਸਾ ਦਾ ਨਾਂ ਆਇਆ। ਉਹ ਇਸ ਹੱਦ ਤੱਕ ਸਬੂਤ ਮਿਲ ਗਿਆ ਕਿ ਜਿਹੜੀ ਕਾਰ ਜਿਹਦੇ ਚ ਬੰਬ ਬਲਾਸਟ ਹੋਇਆ ਸੀ ਉਹ ਡੇਰਾ ਬਾਬਾ ਜਿਹੜਾ ਸਰਸਾ ਦੇ ਬਾਬਾ ਸੀ, ਉਹਨਾਂ ਦੀ ਪਰਸਨਲ ਜਿਹੜੀ ਪ੍ਰਾਈਵੇਟ ਵਰਕਸ਼ਾਪ ਸੀ ਜਿਹਦੇ ਚ ਉਹਨਾਂ ਦੀ ਆਪਣੀਆਂ ਪ੍ਰਾਈਵੇਟ ਗੱਡੀਆਂ ਰਿਪੇਅਰ ਹੁੰਦੀਆਂ ਸੀ, ਉਹ ਸਿਕਿਉਰਿਟੀ ਕਰਕੇ ਉਹਨਾਂ ਨੇ ਆਪਣੀ ਕਰਕੇ ਅਲੱਗ ਇੱਕ ਵਰਕਸ਼ਾਪ ਰੱਖੀ ਸੀ, ਉਹਦੇ ਚ ਉਹਨੂੰ ਤਿਆਰ ਕੀਤਾ ਗਿਆ, ਉਸ ਕਾਰ ਨੂੰ ਔਰ ਤਿਆਰ ਕਰਕੇ ਉਹਦੇ ਚ ਬੰਬ ਲਾ ਕੇ ਚਲਾਇਆ ਗਿਆ। ਹੁਣ ਇਸ ਹੱਦ ਤੱਕ ਇਨਵੋਲਵਮੈਂਟ ਹੋ ਗਈ ਜਦੋਂ, ਲੇਕਿਨ ਕੀਤਾ ਕੀ ਗਿਆ ਕਿ ਉਹਦੇ ਚ ਇਨਵੈਸਟੀਗੇਸ਼ਨ ਜਿਹੜੀ ਸੀ ਉਹ ਮਕੈਨਿਕਾਂ ਤੱਕ ਰਹਿ ਗਈ। ਮਕੈਨਿਕਾਂ ਤੋਂ ਅੱਗੇ ਬੇਸ਼ੱਕ ਸਾਰਾ ਕੁਝ ਆ ਗਿਆ ਸੀ ਉਹਦੇ ਚ ਵੀ ਕੌਣ ਸੀ ਲੋਕ ਪਿੱਛੇ, ਕਿਹਨਾਂ ਨੇ ਕਾਰ ਉਹਨਾਂ ਨੂੰ ਦਿੱਤੀ ਰਿਪੇਅਰ ਕਰਨ ਲਈ, ਪਰ ਨਹੀਂ, ਉਹ ਕਹਿੰਦੇ ਸੀ ਬਾਬਾ ਜੀ ਦਾ ਨਾਂ ਹੁੰਦਾ ਜੀ, ਬਾਬਾ ਜੀ ਤੱਕ ਤੇ ਜਾਣਾ ਨਹੀਂ ਅੱਗੇ। ਨਾ ਮਗਰਲੀ ਸਰਕਾਰ ਨੇ ਉਸ ਪਾਸੇ ਉਹਨਾਂ ਨੂੰ ਤੁਰਨ ਦਿੱਤਾ, ਨਾ ਹੋਣ ਵਾਲੀ ਸਰਕਾਰ ਨੇ ਤੁਰਨ ਦਿੱਤਾ। ਮੈਨੂੰ ਲੱਗਦਾ ਕਿ ਜਿਹੜੀ ਪ੍ਰੋਬਲਮ ਹੈਗੀ ਹੈ ਨਾ ਜੀ ਇਸ ਕੇਸ ਦਾ, ਇਹ ਕਿਸੇ ਬੰਨੇ ਤਾਂ ਲੱਗ ਸਕਦਾ ਹੈ ਜੇ ਸਰਕਾਰਾਂ, ਹੁਣ ਜੇ ਮੰਨ ਲਓ ਗਵਰਨਮੈਂਟ ਆਫ ਇੰਡੀਆ ਵੀ ਇਹ ਚਾਹੇ, ਬੀਜੇਪੀ ਸਰਕਾਰ ਦਿੱਲੀ ਦੀ ਚਾਹੇ ਕਿ ਸਰਸਾ ਬਾਬਾ ਨੂੰ ਅਸੀਂ ਖੁਸ਼ ਰੱਖਣਾ ਹੈ, ਜੇ ਹਰਿਆਣਾ ਸਰਕਾਰ ਚਾਹੇ ਅਸੀਂ ਵੀ ਸਰਸਾ ਬਾਬਾ ਨੂੰ ਖੁਸ਼ ਰੱਖਣਾ ਹੈ, ਪੰਜਾਬ ਦੀ ਕੈਪਟਨ ਸਰਕਾਰ ਚਾਹੇ ਅਸੀਂ ਵੀ ਉਹਨੂੰ ਖੁਸ਼ ਰੱਖਣਾ ਹੈ, ਤੇ ਮੈਨੂੰ ਦੱਸੋ ਜੀ ਸਜ਼ਾ ਤੁਸੀਂ ਕਿੱਥੋਂ ਕਿਸੇ ਨੂੰ, ਦੋਸ਼ੀਆਂ ਨੂੰ ਸਜ਼ਾ, ਜਿਹੜੇ ਦੋਸ਼ੀ ਤੇ ਉਹ ਲੋਕ ਨੇ, ਤੁਸੀਂ ਕਿਵੇਂ ਸਜ਼ਾ ਉਹਨਾਂ ਨੂੰ ਦੇ ਲਓਗੇ? ਇਸ ਦਾ ਮਤਲਬ ਪੀੜਤਾਂ ਨੂੰ ਕਦੇ ਇਨਸਾਫ ਮਿਲੇਗਾ ਹੀ ਨਹੀਂ। ਹਾਲਾਤ ਜੋ ਅੱਜ ਦੀ ਡੇਟ 'ਚ ਹੈਗੇ ਨੇ ਔਰ ਜੋ ਪਿਛਲੇ 6 ਸਾਲ ਦਾ ਵਰਤਾਰਾ ਹੈਗਾ, ਉਹਦੇ ਤੋਂ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਜਿਹੜੇ ਅਸਲ ਦੋਸ਼ੀ ਨੇ ਸਰਕਾਰ ਉਹਨਾਂ ਤੱਕ ਨਹੀਂ ਪਹੁੰਚਣਾ ਚਾਹੁੰਦੀ, ਉਹਨਾਂ ਨੂੰ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੀਦਾ ਔਰ ਉਹਨੂੰ ਸਜ਼ਾਵਾਂ ਨਹੀਂ ਦੇਣਾ ਚਾਹੁੰਦੇ। ਉਹ ਚਾਹੁੰਦੇ ਨੇ ਕਿ ਜਿਹੜੇ ਥੱਲੇ ਵਾਲੇ ਬੰਦੇ ਨੇ, ਨਿੱਕੇ ਮੋਟੇ ਜਿਹੜੇ ਫੜੇ ਹੋਏ ਨੇ, ਉਹਨਾਂ ਨੂੰ ਕੋਈ ਛੋਟੀਆਂ ਮੋਟੀਆਂ ਸਜ਼ਾਵਾਂ ਦੇ ਕੇ ਇਹ ਗੱਲ ਖਤਮ ਕਰਤੀ ਜਾਏ। ਇਹ ਸਾਲ ਤੁਸੀਂ ਦੇਖੋ ਨਾ ਜੀ, 90 ਦਿਨਾਂ 'ਚ ਚਲਾਨ ਪੇਸ਼ ਕਰਨਾ ਹੁੰਦਾ, ਕੋਈ ਇਨਸੀਡੈਂਟ ਹੁੰਦੀ ਹੈ, ਸਾਡਾ ਇੱਕ ਜਨਰਲ ਰੂਲ ਹੈ ਕਿ 90 ਦਿਨਾਂ 'ਚ ਚਲਾਨ ਪੇਸ਼ ਕਰੋ। ਤੁਸੀਂ ਆਹ ਦੇਖੋ 6 ਸਾਲ ਲੰਘ ਗਏ ਨੇ, ਇੱਥੇ ਕੁਝ ਹੋਇਆ ਨਹੀਂ। ਉਹਦਾ ਰੀਜ਼ਨ ਇਹੀ ਹੈ ਨਾ ਜੀ, ਜਦੋਂ ਸਰਕਾਰਾਂ ਚਾਹੁੰਦੀਆਂ ਨੇ ਵੀ ਅਸਲ ਦੋਸ਼ੀ ਸਾਹਮਣੇ ਨਾ ਆਉਣ, ਫਿਰ ਇਹੋ ਜਿਹੇ ਵਰਤਾਰਾ ਹੁੰਦਾ, ਫਿਰ 6-6 ਸਾਲ ਤੱਕ ਕੁਝ ਵੀ ਨਹੀਂ ਹੁੰਦਾ, ਫਿਰ ਕਾਰਵਾਈ ਨਹੀਂ ਹੁੰਦੀ। ਉਹੀ ਹੋ ਰਿਹਾ ਹੁਣ। ਫਿਰ ਇਹਦਾ ਸਰਜੀਤ ਪਾਤਰ ਦੀ ਕਵਿਤਾ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਉਸ ਤਰੀਕੇ ਦੀ ਹਾਲਤ ਹੋਣ ਵੱਲ ਜਾ ਰਹੀ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਉਹੋ ਜਿਹੀ ਹਾਲਤ ਹੋ ਰਹੀ ਹੈ। ਤੁਸੀਂ ਦੇਖੋ ਕਿ ਸਮੁੱਚਾ ਸਿੱਖ ਜਗਤ ਇਸ ਗੱਲ ਦੇ ਉੱਤੇ ਵਿਚਾਰਾ ਆਪਣੀਆਂ ਨਿਗਾਹ ਲਾ ਕੇ, ਨਜ਼ਰਾਂ ਲਾ ਕੇ ਬੈਠਾ ਹੋਇਆ ਹੈ ਕਿ ਕਿਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਈਵਨ ਕਾਂਗਰਸ ਪਾਰਟੀ 'ਚ ਵੀ ਕੁਝ ਲੋਕ ਹੈਗੇ ਨੇ ਜਿਹੜੇ ਵਿਚਾਰੇ ਬਹੁਤ ਇਸ ਗੱਲ ਲਈ ਯਤਨਸ਼ੀਲ ਰਹੇ, ਬੋਲਦੇ ਰਹੇ। ਨਵਜੋਤ ਸਿੱਧੂ ਦੇ ਤੁਹਾਡੇ ਸਾਹਮਣੇ ਨੇ, ਉਹਨੇ ਵਿਚਾਰੇ ਨੇ ਬੜੀ ਐਫਰਟ ਕੀਤੀ, ਅੱਜ ਵੀ ਕਰ ਰਿਹਾ ਹੈ, ਜਾਂ ਕੁਝ ਹੋਰ ਆਗੂ ਵੀ ਹੈਗੇ ਨੇ। ਲੇਕਿਨ ਮੈਨੂੰ ਲੱਗਦਾ ਹੈ ਕਿ ਸਾਡੀ ਸਿਆਸਤ ਦੇ ਉੱਤੇ ਹਾਵੀ ਉਹ ਲੋਕ ਹੋ ਗਏ ਨੇ ਜਿਹੜੇ ਇਹੋ ਜਿਹੇ ਕ੍ਰਿਮੀਨਲਸ ਦੇ ਨਾਲ, ਮਾਫੀਆ ਦੇ ਨਾਲ ਰਲੇ ਹੋਏ ਨੇ, ਉਹਨਾਂ ਦੀ ਮਦਦ ਕਰਦੇ ਨੇ ਔਰ ਉਹਨਾਂ ਦੀ ਪੂਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜਾ ਮਾਫੀਆ ਹੈਗਾ ਜਾਂ ਕ੍ਰਿਮੀਨਲਸ ਹੈਗੇ ਨੇ ਜਿਹੜੇ ਸਾਨੂੰ ਮਦਦ ਕਰਦੇ ਨੇ, ਜਿਹੜੇ ਸਾਨੂੰ ਵੋਟਾਂ ਦਵਾ ਸਕਦੇ ਨੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏ ਔਰ ਉਹਨਾਂ ਦੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਆਂਚ ਨਾ ਦਿੱਤੀ ਜਾਏ। ਹਰਕਮਲ ਜੀ, ਸਾਡੇ ਨਾਲ ਇਹ ਸ਼ੋਅ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਸਾਡਾ ਇਸ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਅਸੀਂ ਤੁਹਾਡੇ ਤੋਂ ਆਗਿਆ ਲੈਂਦੇ, ਬਹੁਤ ਬਹੁਤ ਧੰਨਵਾਦ।